G20 ਦੁਬੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦਾ ਵੱਡਾ ਮੌਕਾ ਹੈ। ਸੋਨੇ ਅਤੇ ਚਾਂਦੀ ਦੇ ਭਾਂਡਿਆਂ ਦੇ ਵਿੱਚ ਪਰੋਸਿਆ ਜਾਵੇਗਾ G20 ਡੈਲੀਗੇਟਸ ਦੇ ਲਈ ਭੋਜਨ। ਦਿੱਲੀ ਦੇ ਵਿੱਚ ਭਿਖਾਰੀਆਂ ਤੇ ਨਸ਼ੇੜੀਆਂ ਨੂੰ ਮਿਲੇਗੀ ਖਾਸ ਸਲੂਕ। ਪੁਲਿਸ ਬਣਾ ਕੇ ਰੱਖੇਗੀ ਉਹਨਾਂ ਨੂੰ ਮਹਿਮਾਨ। ਜੇ ਤੁਸੀਂ G20 ਦੌਰਾਨ ਗਲਤੀ ਨਾਲ ਪ੍ਰਗਤੀ ਮੈਦਾਨ ਖੇਤਰ 'ਚ ਪਹੁੰਚ ਜਾਂਦੇ ਹੋ ਤਾਂ ਕੀ ਹੋਏਗਾ? ਤੇ ਜਿਸ ਹੋਟਲ ਦੇ ਵਿੱਚ ਬਾਈਡਨ ਰੁਕਣਗੇ ਉਸ ਦਾ ਕਿਰਾਇਆ 8 ਲੱਖ ਰੁਪਏ ਹੈ ਇੱਕ ਰਾਤ ਦਾ। ਤੇ ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀਆਂ ਨੂੰ G20 ਇੰਡੀਆ ਐਪ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਹੈ। 24 ਭਾਸ਼ਾਵਾਂ ਦੇ ਵਿੱਚ ਤੁਸੀਂ ਉਸ ਨੂੰ ਐਕਸੈਸ ਕਰ ਸਕਦੇ ਹੋ ਤੇ ਨਾਲ ਦੇ ਨਾਲ ਹੋਰ ਬਹੁਤ ਸਾਰੀ ਦਿਲਚਸਪ ਜਾਣਕਾਰੀ G20 ਦੇ ਨਾਲ ਜੁੜੀ ਹੋਈ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। G20 ਸੰਮੇਲਨ ਦੇ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਮਹਿਮਾਨਾਂ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਸੋਨੇ ਅਤੇ ਚਾਂਦੀ ਦੇ ਭਾਂਡਿਆਂ ਦੇ ਵਿੱਚ ਭੋਜਨ ਪਰੋਸਿਆ ਜਾਏਗਾ। ਜੈਪੁਰ ਸਥਿਤ ਮੈਟਲ ਵੇਅਰ ਫਰਮ IRIS ਇੰਡੀਆ ਦੇ CEO ਰਾਜੀਵ ਪਾਬੂਲ ਨੇ ਇੱਕ ਨਿੱਜੀ ਅਖਬਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ IRIS ਇੰਡੀਆ ਦੇ CEO ਨੇ ਇਹਨਾਂ ਬਰਤਨਾਂ ਦੀ ਵਿਸ਼ੇਸ਼ਤਾ ਦੱਸੀ ਹੈ। ਨਿਊਜ਼ ਏਜੰਸੀ ANI ਦੇ ਨਾਲ ਗੱਲਬਾਤ ਦੇ ਵਿੱਚ ਰਾਜੀਵ ਪਾਬਾਲ ਨੇ ਕਿਹਾ, ਅਸੀਂ ਜਨਵਰੀ 2023 ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ। ਅਸੀਂ ਹੌਲੀ-ਹੌਲੀ ਹਰ ਖੇਤਰ ਵਿੱਚ ਹਰੇਕ ਸ਼ਹਿਰ ਦੇ ਅਨੁਸਾਰ ਇਹ ਸਾਰੇ ਉਤਪਾਦ ਬਣਾਏ, ਜਿਵੇਂ ਕਿ ਅਸੀਂ ਇਸ ਨੂੰ ਗੋਆ ਅਤੇ ਦੱਖਣ ਦੇ ਅਨੁਸਾਰ ਬਣਾਇਆ ਹੈ। ਕੇਲੇ ਦੇ ਪੱਤੇ ਦੀ ਇੱਕ ਪਲੇਟ ਬਣਾਈ ਜਾਂਦੀ ਹੈ। ਰਾਜ ਦਾ ਜੋ ਵੀ ਸੱਭਿਆਚਾਰ ਹੈ ਅਸੀਂ ਉਸ ਵਿੱਚ ਸ਼ਾਮਲ ਕੀਤਾ ਹੈ। ਰਾਜੀਵ ਹੋਣਾ ਨੇ ਕਿਹਾ ਹੈ ਕਿ ਇਹ ਬਰਤਨ ਉੱਤੇ ਚਾਂਦੀ ਦੇ ਪਾਣੀ ਚੜੇ ਹੋਏ ਨੇ ਅਤੇ ਇਸ ਦੀ ਗਾਰੰਟੀ ਹੈ ਇਸ ਨੂੰ ਵਿਸ਼ਵ ਪੱਧਰੀ ਉਤਪਾਦ ਨਾਲੋਂ ਬਿਹਤਰ ਸਮਝੋ। ਜਿੰਨੇ ਵੀ ਡੈਲੀਗੇਟਸ ਆ ਚੁੱਕੇ ਨੇ ਸਭ ਨੇ ਵਾਹ ਕਿਹਾ, ਅਜਿਹੀਆਂ ਚੀਜ਼ਾਂ ਭਾਰਤ ਵਿੱਚ ਬਣੀਆਂ ਨੇ, ਭਾਰਤ ਵਿੱਚ ਅਜਿਹਾ ਸੱਭਿਆਚਾਰ ਹੈ। ਉਹ ਲੋਕ ਦੇਖ ਕੇ ਹੈਰਾਨ ਰਹਿ ਗਏ ਨੇ। ਰਾਜੀਵ ਨੇ ਕਿਹਾ, ਅਸੀਂ ਥਾਲੀ ਦਾ ਸੰਕਲਪ ਅਲੱਗ ਰੱਖਿਆ ਹੈ। ਅਸੀਂ ਵੱਖ-ਵੱਖ ਖੇਤਰਾਂ ਲਈ ਮਹਾਰਾਜਾ ਦੀ ਥਾਲੀ ਬਣਾਈ ਹੈ, ਜਿਸ ਵਿੱਚ ਕਟੋਰੇ, ਚਾਂਦੀ ਦੀ ਪਲੇਟ, ਸੋਨੇ ਦੀ ਪਲੇਟ ਵਾਲੀਆਂ ਚੀਜ਼ਾਂ ਨੇ, ਜਿਵੇਂ ਮਹਾਰਾਜੇ ਆਪਣੇ ਰਾਜ ਵਿੱਚ ਖਾਂਦੇ ਸੀ। ਇਸ ਲਈ ਅਸੀਂ ਅਤੇ ਟੀਮ ਨੇ ਇਹਨਾਂ ਨੂੰ ਵੱਖ-ਵੱਖ ਖੇਤਰਾਂ, ਸਥਾਨਾਂ, ਸ਼ਹਿਰਾਂ ਦੇ ਅਨੁਸਾਰ ਬਣਾਇਆ ਹੈ। ਅਸੀਂ ਆਪਣੀ ਭਾਰਤੀ ਸੰਸਕ੍ਰਿਤੀ ਅਤੇ ਆਪਣੀ ਵਿਰਾਸਤ ਨੂੰ ਬਰਕਰਾਰ ਰੱਖਣ ਅਤੇ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਕੀ ਹੈ। ਤੁਹਾਨੂੰ ਦੱਸ ਦਈਏ ਕਿ G20 ਸੰਮੇਲਨ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ 'ਚ ਹੋ ਰਿਹਾ। ਇਸ ਵਾਰ ਭਾਰਤ ਇਸ ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ। G20 ਸਮੂਹ ਵਿੱਚ ਸ਼ਾਮਲ ਦੇਸ਼ਾਂ ਦੇ ਆਗੂ ਆਪਣੇ ਆਪਣੇ ਵਫਦ ਦੀ ਅਗਵਾਈ ਕਰ ਰਹੇ ਨੇ। G20 ਸੰਮੇਲਨ ਕਾਰਨ ਦਿੱਲੀ 'ਚ ਭਿਖਾਰੀਆਂ ਤੇ ਨਸ਼ੇੜੀਆਂ ਨੂੰ ਮੌਜਾਂ ਲੱਗੀਆਂ ਨੇ। ਉਹਨਾਂ ਦੇ ਨਾਲ ਖਾਸ ਸਲੂਕ ਕੀਤਾ ਜਾ ਰਿਹਾ। ਜੀ ਹਾਂ, ਇਹ ਖਬਰ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਵਿੱਚ 9 ਅਤੇ 10 ਸਤੰਬਰ ਨੂੰ ਹੋ ਰਹੇ G20 ਸੰਮੇਲਨ ਦੀਆਂ ਤਿਆਰੀਆਂ ਅੰਤਿਮ ਪੜਾਅ ਤੇ ਨੇ। ਸੁਰੱਖਿਆ ਵਿਵਸਥਾ ਨੂੰ ਚੁਸਤ ਦਰੁਸਤ ਰੱਖਣ ਦੇ ਲਈ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ। ਦਿੱਲੀ ਦੇ ਕਈ ਇਲਾਕਿਆਂ 'ਚ ਟ੍ਰੈਫਿਕ ਦੀ ਅਗਵਾਈ ਬਦਲ ਦਿੱਤੀ ਗਈ ਹੈ, ਆਵਾਜਾਈ ਬਦਲ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਭਿਖਾਰੀਆਂ ਅਤੇ ਨਸ਼ੇੜੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਵੀਂ ਦਿੱਲੀ ਜ਼ਿਲ੍ਹੇ ਦੇ ਕਨਾਟ ਪਲੇਸ, ਜਨਪਥ, ਬੰਗਲਾ ਸਾਹਿਬ, ਗੁਰਦੁਆਰਾ ਸਾਹਿਬ, KG ਮਾਰਗ ਅਤੇ ਹਨੂਮਾਨ ਮੰਦਿਰ ਦੇ ਆਲੇ ਦੁਆਲੇ ਭਿਖਾਰੀਆਂ, ਨਸ਼ੇੜੀਆਂ ਅਤੇ ਹੋਰ ਕਈ ਜਾਣਿਆਂ ਦੀ ਆਵਾਜਾਈ ਤੇ ਪਾਬੰਦੀ ਲੱਗੀ ਹੈ। ਇਸ ਦੇ ਨਾਲ ਹੀ ਇਹਨਾਂ ਲੋਕਾਂ ਨੂੰ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਹਾੜਗੰਜ ਅਤੇ ਅਜਮੇਰੀ ਫਾਟਕਾਂ ਤੋਂ ਵੜਨ ਦੀ ਮਨਾਹੀ ਹੈ। ਜੇਕਰ ਕੋਈ ਨਜ਼ਰ ਆਉਂਦਾ ਹੈ ਤਾਂ ਵੀ ਇਹਨਾਂ ਲੋਕਾਂ ਨੂੰ ਸ਼ੈਲਟਰ ਹਾਊਸ ਵਿੱਚ ਛੱਡ ਦਿੱਤਾ ਜਾਏਗਾ। ਇਸ ਦੌਰਾਨ ਦਿੱਲੀ ਪੁਲਿਸ ਪ੍ਰੈਸ ਬਰੀਫਿੰਗ ਰਾਹੀਂ ਰੋਜ਼ਾਨਾ ਟ੍ਰੈਫਿਕ ਸਮੇਤ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰੇਗੀ। ਇਸੇ ਲੜੀ ਤਹਿਤ ਭਿਖਾਰੀਆਂ, ਨਸ਼ੇੜੀਆਂ ਦਾ ਹੱਲ ਲੱਭਿਆ ਗਿਆ ਅਤੇ ਇਹਨਾਂ ਲੋਕਾਂ ਨੂੰ ਗੀਤਾ ਕਲੋਨੀ, ਰੋਹਣੀ ਅਤੇ ਦਵਾਰਕਾ ਸੈਕਟਰ 3 ਦੇ ਬਾਹਰ ਭੇਜ ਦਿੱਤਾ ਗਿਆ। ਕੁਝ ਦਿਨ ਪਹਿਲਾਂ ਦਿੱਲੀ ਸਰਕਾਰ ਨੇ 4 ਮੈਂਬਰੀ ਕਮੇਟੀ ਬਣਾਈ ਸੀ। ਦਰਅਸਲ ਦਿੱਲੀ ਵਿੱਚ ਭੀਖ ਮੰਗਣਾ ਕੋਈ ਅਪਰਾਧ ਨਹੀਂ ਹੈ। ਸਾਲ 2019 ਚ ਦਿੱਲੀ ਹਾਈ ਕੋਰਟ ਨੇ ਭੀਖ ਮੰਗਣ ਨੂੰ ਅਪਰਾਧ ਕਰਾਰ ਦੇਣ ਵਾਲੇ ਕਾਨੂੰਨ ਨੂੰ ਰੱਦ ਕਰ ਦਿੱਤਾ। ਅਜਿਹੇ 'ਚ ਦਿੱਲੀ ਪੁਲਿਸ ਫੁੱਟਪਾਥ ਤੇ ਸੌ ਰਹੇ ਭੀਖ ਮੰਗਣ ਵਾਲੇ ਲੋਕਾਂ ਨੂੰ ਹੋਰ ਥਾਵਾਂ ਤੇ ਟ੍ਰਾਂਸਫਰ ਕਰ ਰਹੀ ਹੈ। G20 ਸੰਮੇਲਨ ਦੇ ਮਹੱਤਵ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਦਾ ਇਹ ਫੈਸਲਾ ਸੀ। ਦਰਅਸਲ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਹੋਟਲ ਅਤੇ ਦੂਤਾਵਾਸ ਆਉਂਦੇ ਨੇ। ਅਜਿਹੇ 'ਚ G20 ਦੇ ਪ੍ਰਤੀਨਿਧੀ ਵੀ ਇਸੇ ਖੇਤਰ 'ਚ ਮੌਜੂਦ ਹੋਣਗੇ। ਦਿੱਲੀ ਪੁਲਿਸ ਨਵੀਂ ਦਿੱਲੀ ਖੇਤਰ ਵਿੱਚ ਸਾਰੇ ਭਿਖਾਰੀਆਂ ਨੂੰ, ਹੋਰ ਕਈ ਜਾਣਿਆਂ ਨੂੰ, ਫੁੱਟਪਾਥ ਤੇ ਸੌਣ ਵਾਲੇ ਲੋਕਾਂ ਦੀ ਦੇਖਭਾਲ ਕਰੇਗੀ। ਪੁਲਿਸ ਉਹਨਾਂ ਦੀ ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਕਰੇਗੀ।
ਜਿਸ ਹੋਟਲ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਬਾਈਡਨ ਰੁਕ ਰਹੇ ਨੇ ਉਸ ਦਾ ਕਿਰਾਇਆ ਇੱਕ ਰਾਤ ਦਾ 8 ਲੱਖ ਰੁਪਏ ਹੈ। ਰਾਸ਼ਟਰੀ ਰਾਜਧਾਨੀ ਨੂੰ ਦੁਲਹਨ ਦੀ ਤਰ੍ਹਾਂ ਸਜਾ ਦਿੱਤਾ ਗਿਆ। ਸੁਰੱਖਿਆ ਦੇ ਨਜ਼ਰੀਏ ਤੋਂ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ 30 ਤੋਂ ਵੱਧ ਹੋਟਲ ਬੁੱਕ ਕੀਤੇ ਜਾ ਚੁੱਕੇ ਨੇ। ਦੁਨੀਆ ਭਰ ਦੇ ਮਹਿਮਾਨ ਉੱਥੇ ਠਹਿਰ ਰਹੇ ਨੇ। ਅਮਰੀਕੀ ਰਾਸ਼ਟਰਪਤੀ ਬਾਈਡਨ ਜਿੱਥੇ ਠਹਿਰ ਰਹੇ ਨੇ ਉੱਥੇ ਇੱਕ ਰਾਤ ਦਾ ਕਿਰਾਇਆ ਲਗਭਗ 8 ਲੱਖ ਰੁਪਏ ਦੱਸਿਆ ਜਾ ਰਿਹਾ। 9-10 ਸਤੰਬਰ 2023 ਨਵੀਂ ਦਿੱਲੀ G20 ਦਾ 18ਵਾਂ ਸੰਮੇਲਨ। ਇਸ ਵਿੱਚ 19 ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਤੇ ਸਰਕਾਰ ਦੇ ਮੁਖੀ ਹਿੱਸਾ ਲੈ ਰਹੇ ਨੇ। ਇਸ ਤੋਂ ਇਲਾਵਾ ਯੂਰਪੀ ਸੰਘ ਵੀ ਇਸ ਸੰਮੇਲਨ 'ਚ ਹਿੱਸਾ ਲੈ ਰਿਹਾ ਹੈ। ਨਾਲ ਹੀ 9 ਦੇਸ਼ਾਂ ਦੇ ਮੁਖੀ ਬਤੌਰ ਮੁੱਖ ਦੇਸ਼ G20 ਦੀ ਬੈਠਕ ਦੇ ਵਿੱਚ ਲਗਾਤਾਰ ਜਿਹੜਾ ਹੈ ਹਿੱਸਾ ਲੈ ਰਹੇ ਨੇ। ਕਈ ਸਾਰੇ ਦੇਸ਼ਾਂ ਦੇ ਸ਼ਾਮਲ ਹੋ ਰਹੇ ਨੇ ਪ੍ਰਤੀਨਿਧਿਤ, ਪਰ ਅਮਰੀਕਾ ਦੇ ਰਾਸ਼ਟਰਪਤੀ ਤੇ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਲਗਾਤਾਰ ਟਿਕੀਆਂ ਹੋਈਆਂ ਨੇ। ਰਾਸ਼ਟਰਪਤੀ ਬਾਈਡਨ ITC ਮੌਰੀਆ ਸ਼ੈਟਨ ਵਿੱਚ ਰੁਕਣਗੇ। ਹੋਟਲ ਦੀ ਹਰ ਮੰਜ਼ਲ ਤੇ ਸੀਕ੍ਰੇਟ ਸਰਵਿਸ ਕਮਾਂਡੋ ਮੌਜੂਦ ਰਹਿਣਗੇ। ਰਾਸ਼ਟਰਪਤੀ ਨੂੰ 14ਵੀਂ ਮੰਜ਼ਲ ਤੇ ਉਹਨਾਂ ਦੇ ਕਮਰੇ 'ਚ ਲਿਜਾਣ ਦੇ ਲਈ ਵਿਸ਼ੇਸ਼ ਲਿਫਟ ਲਗਾਈ ਜਾਏਗੀ। ਇਸ ਦੇ ਲਈ ਹੋਟਲ ਦੇ ਵਿੱਚ ਲਗਭਗ 400 ਕਮਰੇ ਬੁੱਕ ਕੀਤੇ ਗਏ ਨੇ। ITC ਮੌਰੀਆ ਹੋਟਲ ਦੀ 14ਵੀਂ ਮੰਜ਼ਲ ਤੇ ਸਥਿਤ ਪ੍ਰੈਜ਼ੀਡੈਂਸ਼ੀਅਲ ਸਵੀਟ ਚਾਣਕਿਆ ਦੇ ਨਾਂ ਤੇ ਹੈ। ਲਗਭਗ 4600 ਵਰਗ ਫੁੱਟ ਤੇ ਚਾਣਕਿਆ ਸਵੀਟ ਇੱਕ ਸਟੱਡੀ ਰੂਮ ਹੈ। ਇੱਥੇ ਇੱਕ ਮਿਨੀ ਸਪਾ ਵੀ ਦੱਸਿਆ ਜਾਂਦਾ ਹੈ। ਲਿਵਿੰਗ ਰੂਮ ਤੋਂ ਇਲਾਵਾ ਇੱਕ ਜਿਮ, ਬੈਠਕ ਵਾਲੀ ਥਾਂ, ਡਾਈਨਿੰਗ ਏਰੀਆ ਤੇ ਰਿਸੈਪਸ਼ਨ ਖੇਤਰ ਵੀ ਹੈ। ਇਹ ਹੋਟਲ ਦੇ ਸਭ ਤੋਂ ਮਹਿੰਗੇ ਸਵੀਟਸ ਦੇ ਵਿੱਚੋਂ ਇੱਕ ਹੈ। ਬਾਈਡਨ ਜਿਸ ਚਾਣਕਿਆ ਸਵੀਟ ਵਿੱਚ ਰੁਕਣਗੇ ਉੱਥੋਂ ਇੱਕ ਰਾਤ ਦਾ ਕਿਰਾਇਆ ਲਗਭਗ 8 ਲੱਖ ਰੁਪਏ ਹੈ। G20 ਸਬਮਿਟ। ਜੇ ਤੁਸੀਂ G20 ਦੌਰਾਨ ਗਲਤੀ ਨਾਲ ਪ੍ਰਗਤੀ ਮੈਦਾਨ ਖੇਤਰ 'ਚ ਪਹੁੰਚਦੇ ਹੋ ਤਾਂ ਕੀ ਹੋਏਗਾ? G20 ਸੰਮੇਲਨ ਨੂੰ ਲੈ ਕੇ ਸੁਰੱਖਿਆ ਸਲਾਹਕਾਰ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ ਔਰ 3 ਦਿਨਾਂ ਦੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਨਵੀਂ ਦਿੱਲੀ ਅਤੇ ਪ੍ਰਗਤੀ ਮੈਦਾਨ ਦੇ ਪੂਰੇ ਇਲਾਕੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ, ਜਿਸ ਵਿੱਚ ਇੱਕ ਪੰਛੀ ਵੀ ਪਰ ਨਹੀਂ ਮਾਰ ਸਕਦਾ। ਹੁਣ ਅਜਿਹੀ ਸਥਿਤੀ ਵਿੱਚ ਜੇਕਰ ਕੋਈ ਵਿਅਕਤੀ ਗਲਤੀ ਨਾਲ ਪ੍ਰਗਤੀ ਮੈਦਾਨ ਯਾਨੀ G20 ਦੇ ਸਥਾਨ ਦੇ ਨੇੜੇ ਪੈਦਲ ਚਲਾ ਜਾਏ ਤਾਂ ਕੀ ਹੋਏਗਾ? ਕਿਉਂਕਿ ਸਖਤ ਸੁਰੱਖਿਆ ਹੇਠ ਚੱਲ ਰਹੇ G20 'ਚ ਅਮਰੀਕੀ ਰਾਸ਼ਟਰਪਤੀ ਤੋਂ ਲੈ ਕੇ ਅਜਿਹੇ ਕਈ ਨੇਤਾ ਪਹੁੰਚ ਰਹੇ ਨੇ। ਇਸ ਲਈ ਕਿਸੇ ਲਈ ਗਲਤੀ ਨਾਲ ਵੀ ਇਸ ਖੇਤਰ 'ਚ ਪਹੁੰਚਣਾ ਸੰਭਵ ਨਹੀਂ ਹੈ। ਜੇ G20 ਸਥਾਨ ਦੇ ਆਲੇ ਦੁਆਲੇ ਕੋਈ ਆਮ ਆਦਮੀ ਵੀ ਨਜ਼ਰ ਆਉਂਦਾ ਹੈ ਤਾਂ ਇਸ ਨੂੰ ਸੁਰੱਖਿਆ ਪੱਖੋਂ ਵੱਡੀ ਖਾਮੀ ਮੰਨਿਆ ਜਾਏਗਾ। ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਅਤੇ ਏਜੰਸੀਆਂ ਪੁੱਛਗਿੱਛ ਵੀ ਕਰ ਸਕਦੀਆਂ ਨੇ। G20 ਸੰਮੇਲਨ ਇਸ ਹਫ਼ਤੇ ਰਾਜਧਾਨੀ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ ਹੈ। ਵਿਦੇਸ਼ ਮੰਤਰਾਲਾ ਨੇ ਇਸ ਸੰਮੇਲਨ ਤੋਂ ਪਹਿਲਾਂ G20 ਇੰਡੀਆ ਐਪ ਨਾਮ ਦੀ ਇੱਕ ਮੋਬਾਈਲ ਐਪਲੀਕੇਸ਼ਨ ਪਿਛਲੇ ਦਿਨੀ ਲਾਂਚ ਕੀਤੀ ਸੀ। ਇਹ ਐਪ ਮੰਤਰੀਆਂ ਨੂੰ ਵਿਦੇਸ਼ੀ ਪ੍ਰਤੀਨਿਧੀਆਂ ਦੇ ਨਾਲ ਨਿਰਵਿਘਨ ਗੱਲਬਾਤ ਕਰਨ 'ਚ ਮਦਦ ਕਰੇਗੀ। G20 ਇੰਡੀਆ ਐਪ ਰਾਹੀਂ ਯੂਜ਼ਰਸ ਨੂੰ G20 ਨਾਲ ਜੁੜੀ ਸਾਰੀ ਜਾਣਕਾਰੀ ਮਿਲੇਗੀ। PM ਮੋਦੀ ਨੇ ਵੀ ਇਸ ਬਾਰੇ ਗੱਲ ਕੀਤੀ ਸੀ। ਇਸ ਵਿੱਚ G20 ਇੰਡੀਆ 2023 ਯਾਨੀ ਕਿ 2023 ਇਵੈਂਟ ਲਈ ਇੱਕ ਕੈਲੰਡਰ, ਮੀਡੀਆ ਤੇ G20 ਬਾਰੇ ਵਿਸਤ੍ਰਿਤ ਜਾਣਕਾਰੀ ਹੈ। ਦੱਸ ਦਈਏ ਕਿ ਇਹ ਐਪ ਭਾਰਤ ਦੀ G20 ਪ੍ਰਧਾਨਗੀ ਤੱਕ ਕੰਮ ਕਰੇਗੀ। ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੇ ਅਧਿਕਾਰੀਆਂ ਦੇ ਅਨੁਸਾਰ ਮੰਗਲਵਾਰ ਤੱਕ ਯਾਨੀ ਕਿ 5 ਸਤੰਬਰ ਤੱਕ ਵਿਸ਼ਵ ਪੱਧਰ ਦੇ 15,000 ਤੋਂ ਵੱਧ ਮੋਬਾਈਲ ਐਪਸ ਨੂੰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। G20 ਇੰਡੀਆ ਮੋਬਾਈਲ ਐਪ ਸਾਰੇ G20 ਦੇਸ਼ਾਂ ਦੀਆਂ ਭਾਸ਼ਾਵਾਂ ਵਿੱਚ ਵਿਦੇਸ਼ੀ ਡੈਲੀਗੇਟਸ ਦੇ ਨਾਲ ਗੱਲਬਾਤ ਕਰਨ 'ਚ ਡੈਲੀਗੇਟਸ ਦੀ ਮਦਦ ਕਰਦੀ ਹੈ। ਮੋਬਾਈਲ ਵਿੱਚ ਨੈਵੀਗੇਸ਼ਨ ਦੀ ਸਹੂਲਤ ਹੈ। ਵਿਸ਼ਵ ਅਰਥ ਵਿਵਸਥਾ ਦੇ ਵੱਡੇ ਖਿਡਾਰੀ ਦੇਸ਼ਾਂ ਦੇ ਚੋਟੀ ਦੇ ਨੇਤਾ ਭਾਰਤ ਆ ਰਹੇ ਨੇ। G20 ਸੰਮੇਲਨ ਤੋਂ ਪਹਿਲਾਂ ਇਹਨਾਂ ਨੇਤਾਵਾਂ ਦੀਆਂ PM ਮੋਦੀ ਦੇ ਨਾਲ ਦੁਬੱਲੀਆਂ ਬੈਠਕਾਂ ਹੋਣੀਆਂ ਨੇ। ਅਜਿਹੀ ਸਥਿਤੀ ਵਿੱਚ ਭਾਰਤ ਦੇ ਕੋਲ ਦੁਬੱਲੇ ਸੰਬੰਧਾਂ ਨੂੰ ਹੋਰ ਹੁਲਾਰਾ ਦੇਣ ਦਾ ਵੱਡਾ ਮੌਕਾ ਹੈ। ਗੱਲ ਕਰਦੇ ਹਾਂ ਅਮਰੀਕਾ ਦੀ। ਸੰਮੇਲਨ 'ਚ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਜਿਹੜੇ ਹੈ 8 ਸਤੰਬਰ ਨੂੰ ਸੰਮੇਲਨ ਸ਼ੁਰੂ ਹੋ ਰਿਹਾ, ਉਸ ਤੋਂ ਪਹਿਲਾਂ ਹੀ ਉਹਨਾਂ ਦੇ ਨਾਲ ਦੁਬੱਲੀ ਮੀਟਿੰਗ ਹੋਣੀ ਹੈ PM ਮੋਦੀ ਦੇ ਨਾਲ। ਵਾਈਟ ਹਾਊਸ ਨੇ ਕਿਹਾ ਹੈ ਕਿ ਇਸ ਦੌਰਾਨ ਬਾਈਡਨ ਭਾਰਤ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਦੁਹਰਾਉਣਗੇ। ਊਰਜਾ ਖੇਤਰ, ਰੱਖਿਆ ਤੇ ਵਿਗਿਆਨ ਦੇ ਖੇਤਰ ਵਿੱਚ ਅਮਰੀਕਾ ਨਾਲ ਸਹਿਯੋਗ ਵਧਾਉਣ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਭਾਰਤ ਅਤੇ ਅਮਰੀਕਾ ਆਪਣੇ ਗੁਆਂਢੀ ਦੇਸ਼ਾਂ ਖਿਲਾਫ ਚੀਨ ਦੀਆਂ ਨੀਤੀਆਂ ਨੂੰ ਰੋਕਣ ਦੇ ਵਿੱਚ
ਸਹਿਯੋਗੀ ਦੇ ਰੂਪ ਦੇ ਵਿੱਚ ਇੱਕ ਵੱਡੀ ਰਣਨੀਤਿਕ ਭੂਮਿਕਾ ਨਿਭਾ ਸਕਦੇ ਨੇ। ਹੁਣ ਗੱਲ ਕਰਦੇ ਹਾਂ ਬ੍ਰਿਟੇਨ ਦੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸੰਮੇਲਨ ਦੇ ਲਈ ਨਵੀਂ ਦਿੱਲੀ ਆ ਰਹੇ ਨੇ। ਭਾਰਤ ਅਤੇ ਬ੍ਰਿਟੇਨ ਵਿਚਾਲੇ 20.42 ਅਰਬ ਡਾਲਰ ਦਾ ਵਪਾਰ ਹੈ। ਯੂਰਪੀ ਸੰਘ ਤੋਂ ਵੱਖ ਹੋਣ ਤੋਂ ਬਾਅਦ ਬ੍ਰਿਟੇਨ ਭਾਰਤ ਦੇ ਨਾਲ ਆਪਣੀ ਵਪਾਰਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤਾ ਚਾਹੁੰਦਾ ਹੈ। ਇਸ ਤੇ ਦੋਵਾਂ ਦੇਸ਼ਾਂ ਵਿਚਾਲੇ 12 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਦੇ ਕੁੱਲ 26 ਅਧਿਆਇ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤੇ ਪਹਿਲਾਂ ਹੀ ਗੱਲਬਾਤ ਹੋ ਚੁੱਕੀ ਹੈ। ਬ੍ਰਿਟੇਨ ਆਟੋਮੋਬਾਈਲ ਸੈਕਟਰ 'ਚ ਡਿਊਟੀ 'ਚ ਕਟੌਤੀ ਚਾਹੁੰਦਾ ਹੈ। ਭਾਰਤ ਟੈਕਸਟਾਈਲ, ਚਮੜਾ ਤੇ ਹੋਰ ਖੇਤਰਾਂ 'ਚ ਜ਼ੀਰੋ ਟ੍ਰੈਫਿਕ ਲਈ ਜ਼ੋਰ ਦੇ ਰਿਹਾ ਹੈ। ਮੰਨਿਆ ਜਾ ਰਿਹਾ ਕਿ ਦੋਵੇਂ ਦੇਸ਼ਾਂ ਦੇ ਨੇਤਾ ਸੰਮੇਲਨ ਤੋਂ ਪਹਿਲਾਂ ਦੁਬੱਲੀ ਬੈਠਕ ਵਿੱਚ ਇਸ ਤੇ ਗੱਲਬਾਤ ਨੂੰ ਅੰਤਮ ਰੂਪ ਦੇਣ ਦੀ ਕੋਸ਼ਿਸ਼ ਕਰਨਗੇ। ਹੁਣ ਗੱਲ ਕਰਦੇ ਹਾਂ ਫਰਾਂਸ ਦੀ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਵੀ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਹੋਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਈ ਮੁੱਦਿਆਂ ਤੇ ਦੁਬੱਲੀ ਗੱਲਬਾਤ ਕਰਨਗੇ। ਭਾਰਤ ਅਤੇ ਫਰਾਂਸ ਦੇ ਪੁਰਾਣੇ ਦੋਸਤਾਨਾ ਸੰਬੰਧ ਨੇ। ਸੁਰੱਖਿਆ, ਪੁਲਾੜ ਅਤੇ ਸਿਵਲ ਪਰਮਾਣੂ ਖੇਤਰਾਂ 'ਚ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਹੈ। ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਮਜ਼ਬੂਤ ਆਰਥਿਕ ਭਾਈਵਾਲੀ ਹੈ। ਦੋਵੇਂ ਦੇਸ਼ ਸਮੁੰਦਰੀ ਸੁਰੱਖਿਆ, ਸਿੱਖਿਆ, ਜਲਵਾਯੂ ਤਬਦੀਲੀ, ਨਵਿਆਉਣਯੋਗ ਊਰਜਾ, ਸਾਈਬਰ ਸਪੇਸ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਡਿਜੀਟਲ ਸਹਿਯੋਗ ਨੂੰ ਅੱਗੇ ਵਧਾ ਰਹੇ ਨੇ। ਆਸਟ੍ਰੇਲੀਆ, ਜੀ ਹਾਂ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ 'ਚ ਹੋਣਗੇ। ਉਹਨਾਂ ਨੇ ਵਿਕਾਸ, ਖੁਸ਼ਹਾਲੀ, ਸਥਿਰਤਾ, ਸੁਰੱਖਿਆ ਤੇ ਪ੍ਰਭੂਸੱਤਾ ਅਤੇ ਸਥਾਈ ਸ਼ਾਂਤੀ ਲਈ ਹਿੰਦ ਪ੍ਰਸ਼ਾਂਤ ਖੇਤਰ ਲਈ ਆਸਟ੍ਰੇਲੀਆ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਉਹਨਾਂ ਦੀ ਵਚਨਬੱਧਤਾ ਚੀਨ ਦੀ ਤਾਨਾਸ਼ਾਹੀ ਨੂੰ ਕੰਟਰੋਲ ਕਰਨ ਦੇ ਲਈ ਸਹਿਯੋਗ ਦਾ ਭਰੋਸਾ ਦਿੰਦੀ ਹੈ। ਉਂਝ ਪਿਛਲੇ ਸਾਲ ਹੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ ਲਾਗੂ ਹੋਇਆ ਹੈ। ਯੂਰਪੀ ਸੰਘ, ਭਾਰਤ ਅਤੇ ਯੂਰਪੀ ਸੰਘ ਵਿਚਾਲੇ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਵੀ ਗੱਲਬਾਤ ਚੱਲ ਰਹੀ ਹੈ। ਦੋਵੇਂ ਧਿਰਾਂ ਚਾਹੁੰਦੀਆਂ ਨੇ ਕਿ ਇਸ ਸਾਲ ਦੇ ਅੰਤ ਤੱਕ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਜਾਏ। ਇਸ ਤੇ ਯੂਰੋਪੀਅਨ ਕਮਿਸ਼ਨ ਦੇ ਮੁਖੀ ਉਰਸੁਲਾ ਵੌਨ ਡੇਰ ਲੇਨ ਅਤੇ ਯੂਰੋਪੀਅਨ ਕੌਂਸਲ ਦੇ ਮੁਖੀ ਚਾਰਲਸ ਮਿਸ਼ੇਲ ਨਾਲ ਗੱਲਬਾਤ ਅੱਗੇ ਵਧ ਸਕਦੀ ਹੈ। ਜਰਮਨੀ, ਪੁਤਿਨ ਅਤੇ ਜਿਨਪਿੰਗ ਦੀ ਗੈਰ ਹਾਜ਼ਰੀ ਦਰਮਿਆਨ ਜਰਮਨ ਚਾਂਸਲਰ ਉਲਾਫ ਸਕੋਲਜ਼ ਇਸ ਸੰਮੇਲਨ ਨੂੰ ਬਹੁਤ ਮਹੱਤਵਪੂਰਨ ਮੰਨ ਰਹੇ ਨੇ। ਭਾਰਤ ਅਤੇ ਜਰਮਨੀ ਵਿਚਾਲੇ ਪਣਡੁੱਬੀ ਦੀ ਖਰੀਦ ਬਾਰੇ ਗੱਲਬਾਤ ਚੱਲ ਰਹੀ ਹੈ। ਜਰਮਨੀ ਚਾਹੁੰਦਾ ਹੈ ਕਿ ਭਾਰਤ ਹਥਿਆਰਾਂ ਤੇ ਰੂਸ ਤੇ ਨਿਰਭਰ ਨਾ ਹੋਵੇ। ਇਸ ਲਈ ਉਹ ਭਾਰਤ ਦੇ ਨਾਲ ਸੰਬੰਧ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਗੱਲ ਕਰਦੇ ਹਾਂ ਹੋਰ ਦੇਸ਼ਾਂ ਦੀ। ਚੀਨ ਨੂੰ ਰਣਨੀਤਿਕ ਤੌਰ ਤੇ ਹਰਾਉਣ ਦੇ ਲਈ ਆਪਣੇ ਗੁਆਂਢੀਆਂ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਜੂਨ ਨੇ ਵੀ ਇਸ ਸੰਮੇਲਨ 'ਚ ਸ਼ਾਮਲ ਹੋਣ ਦੇ ਲਈ ਆ ਰਹੇ ਨੇ। ਭਾਰਤ ਨੇ ਆਪਣੇ ਗੁਆਂਢੀ ਮੁਲਕ ਬੰਗਲਾਦੇਸ਼ ਨੂੰ ਵੀ ਇਸ ਕਾਨਫਰੰਸ ਦੇ ਵਿੱਚ ਮੇਜ਼ਬਾਨ ਵਜੋਂ ਸੱਦਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਸਮੇਤ ਕੁਝ ਦੇਸ਼ਾਂ ਦੇ ਮੁਖੀਆਂ ਦੇ ਕਮਰੇ ਬੁਲਟ ਪ੍ਰੂਫ ਐਨਈ ਹੋਟਲਾਂ ਦੀਆਂ ਸਾਰੀਆਂ ਖਿੜਕੀਆਂ ਵਿੱਚ ਬੁਲਟ ਪ੍ਰੂਫ ਸ਼ੀਸ਼ੇ ਲਗਾਏ ਗਏ ਨੇ, ਜਿੱਥੇ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਦੇ ਲਈ ਅਮਰੀਕਾ ਤੇ ਹੋਰ ਦੇਸ਼ਾਂ ਦੇ ਪ੍ਰਮੁੱਖ ਦੇਸ਼ਾਂ ਦੇ ਮੁਖੀ ਠਹਿਰਨਗੇ। ਇਸ ਤੋਂ ਇਲਾਵਾ ਉਸ ਇਲਾਕੇ ਦੇ ਕੁਝ ਹਿੱਸਿਆਂ ਨੂੰ ਬੁਲਟ ਪ੍ਰੂਫ ਸ਼ੀਸ਼ੇ ਨਾਲ ਵੀ ਘੇਰ ਲਿਆ ਗਿਆ ਹੈ, ਜਿਨ੍ਹਾਂ 23 ਹੋਟਲਾਂ ਵਿੱਚ ਰਾਜ ਦੇ ਮੁਖੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਅਧਿਕਾਰੀ ਠਹਿਰਨਗੇ। ਉੱਥੇ ਹੋਟਲ ਪ੍ਰਬੰਧਨ ਨੇ ਪ੍ਰਾਈਵੇਟ ਸੁਰੱਖਿਆ ਗਾਰਡਾਂ ਸਮੇਤ ਹੋਰ ਕਿਸਮ ਦੇ ਕਰਮਚਾਰੀਆਂ ਦੀ ਗਿਣਤੀ 'ਚ ਲਗਭਗ 20 ਤੋਂ 30% ਵਾਧਾ ਕੀਤਾ ਹੈ। ਹੋਟਲਾਂ ਵਿੱਚ ਰਹਿੰਦੇ ਪੁਰਾਣੇ ਹੋਟਲ ਕਾਮਿਆਂ ਨੂੰ ਨਹੀਂ ਹਟਾਇਆ ਜਾਏਗਾ। ਉਹਨਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਗਈ ਹੈ। ਜਦੋਂ ਰਾਜ ਦੇ ਮੁਖੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਅਧਿਕਾਰੀ ਹੋਟਲਾਂ ਦਾ ਦੌਰਾ ਕਰਨਗੇ ਤਾਂ ਕਰਮਚਾਰੀਆਂ ਨੂੰ ਕਮਰਿਆਂ ਦੇ ਅੰਦਰ ਬੰਦ ਕਰ ਦਿੱਤਾ ਜਾਏਗਾ। ਸੁਰੱਖਿਆ ਕਾਰਨਾਂ ਕਰਕੇ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਏਗਾ। ਹੋਟਲਾਂ ਦੇ ਅੰਦਰ ਤੇ ਬਾਹਰ ਮਲਟੀ ਏਜੰਸੀਆਂ ਦੀ ਤਾਇਨਾਤੀ ਹੋਏਗੀ। ਸਾਰੇ ਹੋਟਲਸ ਦੇ ਵਿੱਚ NSG ਵੀ ਤਾਇਨਾਤ ਰਹੇਗਾ। ਸਾਰੇ ਹੋਟਲਾਂ ਦੀਆਂ ਛੱਤਾਂ ਤੇ ਐਂਟੀ 에ਅਰਕ੍ਰਾਫਟ ਗਨ ਰੱਖੀ ਜਾਏਗੀ। ਐਂਟੀ ਡਰੋਨ ਸਿਸਟਮ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਨੇ। ਪੈਰਾ ਮਿਲਟਰੀ ਕਮਾਂਡੋ ਦੂਰਬੀਨ ਅਤੇ ਅਤ ਆਧੁਨਿਕ ਹਥਿਆਰਾਂ ਨਾਲ ਛੱਤਾਂ ਤੇ ਤਾਇਨਾਤ ਰਹਿਣਗੇ। ਸਾਰੇ ਹੋਟਲਾਂ ਦੇ ਵਿੱਚ 24 ਘੰਟੇ ਇੱਕ DCP ਤਾਇਨਾਤ ਰਹੇਗਾ। ਉਸ ਨੂੰ ਸਥਾਨ ਕਮਾਂਡਰ ਨਿਯੁਕਤ ਕੀਤਾ ਗਿਆ। ਹੋਟਲਾਂ ਵਿੱਚ ਮਲਟੀ ਏਜੰਸੀਆਂ ਦੇ ਵੱਖ-ਵੱਖ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਹੋਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਰੋਕਿਆ ਜਾ ਸਕੇ। ਸਾਰੇ ਦੂਤਵਾਸਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਕਿਉਂਕਿ ਦੂਤਵਾਸ ਵਿੱਚ ਵੱਖ-ਵੱਖ ਦੇਸ਼ਾਂ ਦੇ ਮੰਤਰੀ ਵੱਡੀ ਗਿਣਤੀ 'ਚ ਰਹਿ ਸਕਦੇ ਨੇ। ਚਣਕਿਆਪੁਰੀ ਅਤੇ ਤਲੁਕਿਆ ਖੇਤਰਾਂ 'ਚ ਵੀ ਸੁਰੱਖਿਆ ਸਖਤ ਕਰ ਦਿੱਤੀ ਗਈ, ਕਿਉਂਕਿ ਜ਼ਿਆਦਾਤਰ ਦੂਤਵਾਸ ਇਹਨਾਂ ਇਲਾਕਿਆਂ 'ਚ ਸਥਿਤ ਨੇ। ਅੰਮ੍ਰਿਤਸਰ ਦੇ ਕਲਾਕਾਰ ਡਾਕਟਰ ਜਗਜੋਤ ਸਿੰਘ ਨੇ G20 ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਸਵਾਗਤ ਕਰਨ ਦੇ ਲਈ 7 ਫੁੱਟ ਉੱਚਾ ਤੇ 5 ਫੁੱਟ ਚੌੜਾ ਪੋਰਟਰੇਟ ਬਣਾਇਆ ਹੈ, ਜੋ ਦੇਖਣ 'ਚ ਬਹੁਤ ਖੂਬਸੂਰਤ ਹੈ। ਉਸ ਦੇ ਹੱਥਾਂ ਨਾਲ ਬਣੀ ਇਹ ਪੇਂਟਿੰਗ ਸਭ ਨੂੰ ਆਕਰਸ਼ਿਤ ਕਰ ਰਹੀ ਹੈ। ਜਗਜੋਤ ਸਿੰਘ ਨੇ ਦੱਸਿਆ ਕਿ ਇਹ ਪੋਰਟਰੇਟ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ
ਪਹਿਲੀ ਵਾਰ ਭਾਰਤ ਆ ਰਹੇ ਬਾਈਡਨ ਦੇ ਸਵਾਗਤ ਲਈ ਤਿਆਰ ਕੀਤਾ ਗਿਆ। ਪਿਛਲੇ ਦਿਨੀ ਜਗਜੋਤ ਸਿੰਘ ਹੋਣਾ ਨੇ ਦੱਸਿਆ ਕਿ ਜਦੋਂ ਪੀਐਮ ਮੋਦੀ ਅਮਰੀਕਾ ਗਏ ਤਾਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਸੇ ਸਮੇਂ ਮੈਂ ਮਨ ਬਣਾ ਲਿਆ ਕਿ ਜਦੋਂ ਵੀ ਅਮਰੀਕੀ ਰਾਸ਼ਟਰਪਤੀ ਭਾਰਤ ਆਉਣਗੇ ਮੈਂ ਅਮਰੀਕੀ ਰਾਸ਼ਟਰਪਤੀ ਦੀ ਪੇਂਟਿੰਗ ਬਣਾਉਂਗਾ। ਜਗਜੋਤ ਸਿੰਘ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਦੀ ਤਸਵੀਰ ਬਣਾਉਣ 'ਚ 10 ਦਿਨ ਲੱਗੇ ਨੇ। ਇਸ ਨੂੰ ਐਕਲੈਰਿਕ ਰੰਗਾਂ ਦੇ ਨਾਲ ਤਿਆਰ ਕੀਤਾ ਗਿਆ ਹੈ। ਆਪਣੀ ਪੇਂਟਿੰਗ ਕਰੀਅਰ ਵਿੱਚ ਜਗਰੂਪ ਸਿੰਘ ਨੇ ਰਾਸ਼ਟਰਪਤੀ द्रौपदी मुर्मू ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ प्रतिभा पटेल जी दे पोर्ट्रेट भी बनाए सी, जिस लिए उन्होंने प्रशंसा पत्र भी मिले सन। सो हुण G20 ते अमरीकी राष्ट्रपति भारत ने सो उन्होंने उन्हां दी भी पेंटिंग बनाई है। सो ये सी G20 दे नाल जुड़ियां होईयां कुछ दिलचस्प गल्लां। फिलहाल वरुण कौर मान आज के इस प्रोग्राम नूं इत्थे खत्म कर रही है। तुसीं साडा YouTube चैनल पंजाब मेल USA TV जरूर सबसक्राइब कर दिओ जी। शुक्रिया, सत श्री अकाल।